ਸਤਿ ਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਟੌਪ ਨਿਊਜ਼ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ ਇਸ ਖਾਸ ਬੁਲੇਟਿਨ ਦੇ ਵਿੱਚ ਦੱਸਾਂਗੇ ਤੁਹਾਨੂੰ ਅੱਜ ਦੀਆਂ ਹੁਣ ਤੱਕ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਮੌਸਮ ਦੀ ਤਾਜ਼ਾ ਜਾਣਕਾਰੀ ਦੇ ਦਿੰਦੇ ਹਾਂ। ਦੇਸ਼ ਦੇ ਕਈ ਸੂਬਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਵੀ ਅੱਜ ਮੌਸਮ ਵਿਭਾਗ ਨੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਸੀ। ਸਿਰਫ ਤੇ ਸਿਰਫ ਮਾਲਵੇ ਦੇ ਕੁਝ ਜ਼ਿਲ੍ਹਿਆਂ ਨੂੰ ਛੱਡ ਕੇ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ ਸਾਹਿਬ, ਮੋਗਾ ਤੇ ਬਠਿੰਡਾ ਨੂੰ ਛੱਡ ਕੇ ਜਿਹੜੇ ਹੋਰ ਜ਼ਿਲ੍ਹੇ ਹੈਗੇ ਨੇ ਮਾਝੇ ਤੇ ਦੁਆਬੇ ਦੇ ਤੇ ਮਾਲਵੇ ਦੇ ਵੀ ਮਾਨਸਾ ਵਰਗੇ ਜ਼ਿਲ੍ਹੇ ਉੱਥੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਸੀ। ਪਠਾਨਕੋਟ ਹੋਵੇ ਚਾਹੇ ਗੁਰਦਾਸਪੁਰ, ਸ੍ਰੀ ਅੰਮ੍ਰਿਤਸਰ ਸਾਹਿਬ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ ਤੇ ਨਾਲ ਹੀ ਨਾਲ ਥੋੜੀ ਦੇਰ ਪਹਿਲਾਂ ਮੌਸਮ ਵਿਭਾਗ ਦੇ ਵੱਲੋਂ ਮਾਲਵੇ ਦੇ ਜਿਹੜੇ ਜ਼ਿਲ੍ਹੇ ਨੇ ਪਟਿਆਲਾ, ਫਤਿਹਗੜ੍ਹ ਸਾਹਿਬ, ਲੁਧਿਆਣਾ, ਜਲੰਧਰ ਤੇ ਉਧਰ ਦੁਆਬੇ ਚ ਕਪੂਰਥਲਾ ਤੇ ਸ਼ਹੀਦ ਭਗਤ ਸਿੰਘ ਨਗਰ ਇੱਥੇ ਵੀ ਦਰਮਿਆਨੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਤੇ ਨਾਲ ਹੀ ਚੰਡੀਗੜ੍ਹ ਅਤੇ ਮੋਹਾਲੀ ਦੇ ਵਿੱਚ ਵੀ ਅੱਜ ਤੜਕੇ ਭਵਿੱਖਬਾਣੀ ਦੇ ਮੁਤਾਬਿਕ ਮੀਂਹ ਪਿਆ। ਹਾਲਾਂਕਿ ਬਾਅਦ ਚੋਂ ਧੁੱਪ ਨਿਕਲ ਆਈ ਸੀ, ਫੇਰ ਬੱਦਲਬਾਈ ਹੋ ਗਈ। ਇਸੇ ਤਰ੍ਹਾਂ ਹੀ ਚੱਲ ਰਿਹਾ ਹੈ। ਭਾਰਤੀ ਮੌਸਮ ਵਿਭਾਗ ਦੇ ਮੁਤਾਬਿਕ ਮੌਨਸੂਨ ਫਿਰ ਤੋਂ ਸਰਗਰਮ ਹੋ ਸਕਦੀ ਹੈ। ਇਸੇ ਕਰਕੇ ਉੱਤਰੀ ਭਾਰਤ ਦੇ ਕਈ ਸੂਬਿਆਂ ਦੇ ਵਿੱਚ ਰੁਕ-ਰੁਕ ਕੇ ਕਦੇ ਤੇਜ਼, ਕਦੇ ਦਰਮਿਆਨਾ ਤੇ ਕਦੇ ਹਲਕਾ ਮੀਂਹ ਪੈ ਰਿਹਾ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਵੀ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ। 12 ਅਗਸਤ ਨੂੰ ਮੌਸਮ ਸਾਫ਼ ਰਹੇਗਾ, ਯਾਨੀ ਕਿ ਕੱਲ ਨੂੰ ਮੌਸਮ ਸਾਫ਼ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। ਪਰਸੋਂ ਨੂੰ ਫੇਰ ਪੂਰੇ ਪੰਜਾਬ ਦੇ ਵਿੱਚ ਭਾਰੀ ਮੀਂਹ ਪਵੇਗਾ। ਜਿਹੜੇ ਜ਼ਿਲ੍ਹਿਆਂ ਦੇ ਵਿੱਚ ਅੱਜ ਨਹੀਂ ਪੈ ਰਿਹਾ, ਮਾਲਵੇ ਦੇ ਜ਼ਿਲ੍ਹਿਆਂ ਦੇ ਵਿੱਚ ਇਹ ਪਰਸੋਂ ਵੀ ਸੁੱਕੇ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਉਸ ਤੋਂ ਬਾਅਦ 15 ਅਗਸਤ 13 ਤੋਂ ਲੈ ਕੇ 15 ਅਗਸਤ ਤੱਕ ਮੀਂਹ ਦੀ ਹੀ ਭਵਿੱਖਬਾਣੀ ਹੈ। ਪੰਜਾਬ ਦੇ ਲੋਕਾਂ ਦੇ ਲਈ ਕੁਝ ਹੋਰ ਜ਼ਰੂਰੀ ਖਬਰਾਂ ਵੀ ਦੱਸ ਦਿੰਦੇ ਹਾਂ। ਸਰਕਾਰੀ ਬੱਸਾਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਉਹ 3 ਦਿਨ ਤੱਕ ਬੰਦ ਰਹਿਣਗੀਆਂ। ਪਨਬਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੇ ਇਸ ਹੜਤਾਲ ਦਾ ਐਲਾਨ ਕੀਤਾ ਹੈ। 3 ਦਿਨਾਂ ਦੀ ਹੜਤਾਲ 14 ਤੋਂ ਲੈ ਕੇ 16 ਅਗਸਤ ਤੱਕ ਰਹੇਗੀ। ਮੁਲਾਜ਼ਮ ਜਥੇਬੰਦੀ ਨੇ ਪੂਰੇ ਪੰਜਾਬ ਦੇ ਵਿੱਚ ਹੜਤਾਲ ਦਾ ਐਲਾਨ ਕੀਤਾ ਹੈ। ਪੰਜਾਬ ਦੇ 27 ਡਿਪੂਆਂ ਦੀਆਂ ਬੱਸਾਂ ਬੰਦ ਰਹਿਣਗੀਆਂ। 7000 ਦੇ ਕਰੀਬ ਮੁਲਾਜ਼ਮ ਹੜਤਾਲ ਤੇ ਰਹਿਣਗੇ। 2800 ਬੱਸਾਂ ਬੰਦ ਰਹਿਣਗੀਆਂ। ਸੋ 3 ਦਿਨ ਬੱਸਾਂ ਦੀ ਹੜਤਾਲ ਦਾ ਮਤਲਬ ਤੁਸੀਂ ਸਮਝ ਸਕਦੇ ਹੋ ਕਿ ਆਮ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹੋਣਗੇ। ਜਿਹੜੀਆਂ ਔਰਤਾਂ ਮੁਫਤ ਸਫ਼ਰ ਕਰਦੀਆਂ ਨੇ ਰੋਡਵੇਜ਼ ਦੀਆਂ ਬੱਸਾਂ ਦੇ ਵਿੱਚ, ਉਹਨਾਂ ਦੇ ਲਈ ਵੀ ਬਹੁਤ ਔਖਾ ਹੋ ਜਾਊਗਾ। ਜਿਹੜੇ 3 ਦਿਨਾਂ ਦੇ ਵਿੱਚ ਕਿਤੇ ਆਉਣ ਜਾਣ ਦਾ ਪ੍ਰੋਗਰਾਮ ਧਰਿਆ ਹੋਊਗਾ ਉਹ ਧਰਾਇਆ ਰਹਿ ਜਾਊਗਾ ਤੇ ਪ੍ਰਾਈਵੇਟ ਬੱਸਾਂ ਦੇ ਵਿੱਚ ਜ਼ਰੂਰ ਭੀੜ ਹੈ ਜਿਹੜੀ ਉਹ ਦਿਖੂਗੀ। ਹਜੇ ਵੀ ਸਰਕਾਰ ਦੇ ਕੋਲੇ 2 ਦਿਨ ਹੈਗੇ ਨੇ। ਜੇ ਇਹਨਾਂ ਮੁਲਾਜ਼ਮਾਂ ਦੀਆਂ ਮੰਗਾਂ ਨੇ ਜਿਹੜੀਆਂ ਜਿਹਦੇ ਕਰਕੇ ਜਿਹੜੇ ਰੋਸ ਦੇ ਵਿੱਚ ਇਹ ਹੜਤਾਲ ਦਾ ਐਲਾਨ ਕਰ ਚੁੱਕੇ ਨੇ, ਉਹਨਾਂ ਦੇ ਲਈ ਮਨਾਇਆ ਵੀ ਜਾ ਸਕਦਾ ਹੈ। ਹੁਣ ਦੇਖੋ ਕਿ 2 ਦਿਨਾਂ ਦੇ ਵਿੱਚ ਸਰਕਾਰ ਇਹਨਾਂ ਦੇ ਨਾਲ ਗੱਲਬਾਤ ਦੀ ਕੋਈ ਪੇਸ਼ਕਸ਼ ਭੇਜਦੀ ਹੈ ਜਾਂ ਫਿਰ ਨਹੀਂ। 3 ਦਿਨਾਂ ਬਾਅਦ 15 ਅਗਸਤ ਵੀ ਹੈ। ਸਰਕਾਰਾਂ ਸੁਤੰਤਰਤਾ ਦਿਵਸ, ਆਜ਼ਾਦੀ ਦਿਹਾੜਾ ਕਹਿੰਦੀਆਂ ਨੇ, ਪਰ ਜਿਨ੍ਹਾਂ ਲੋਕਾਂ ਨੇ ਉਹ ਵੰਡ ਝੱਲੀ ਹੈ ਉਹ ਵੰਡ ਦੇ ਦਿਨ ਰੌਲੇ ਵਾਲੇ ਦਿਨ ਕਹਿੰਦੇ ਨੇ। ਕੋਈ ਇਸ ਨੂੰ ਆਜ਼ਾਦੀ ਨਹੀਂ ਕਹਿੰਦਾ ਕਿਉਂਕਿ ਲੋਕ ਵੰਡੇ ਗਏ ਸਨ। ਜਿਹੜੇ ਲੋਕਾਂ ਨੇ ਉਹ ਦੌਰ ਦੇਖਿਆ ਹੈ ਤੇ ਜਿਹੜੇ ਉਸ ਇਤਿਹਾਸ ਨੂੰ ਪੜ੍ਹ ਚੁੱਕੇ ਨੇ, ਕੋਈ ਵੀ ਇਸ ਨੂੰ ਆਜ਼ਾਦੀ ਨਹੀਂ ਕਹਿੰਦਾ। ਖੈਰ, ਭਾਰਤ ਤੇ ਪਾਕਿਸਤਾਨ 2 ਮੁਲਕ ਬਣੇ ਸਨ। ਅੰਗਰੇਜ਼ਾਂ ਤੋਂ ਜ਼ਰੂਰ ਹੈ ਜਿਹੜੀ ਉਹ ਆਜ਼ਾਦੀ ਮਿਲੀ ਸੀ ਲੋਕਾਂ ਨੂੰ, ਪਰ ਦੂਸਰੇ ਪਾਸੇ ਲੋਕ ਵੰਡੇ ਵੀ ਗਏ ਸੀ। ਸੋ 15 ਅਗਸਤ ਦੇ ਦਿਨ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ, ਕਿਉਂਕਿ ਥਾਂ ਤੇ ਸਰਕਾਰ ਦੇ ਪ੍ਰੋਗਰਾਮ ਹੁੰਦੇ ਨੇ। ਕਿਤੇ ਮੁੱਖ ਮੰਤਰੀ, ਕਿਤੇ ਕੈਬਨਿਟ ਮੰਤਰੀ ਝੰਡੇ ਲਹਿਰਾ ਰਹੇ ਹੁੰਦੇ ਨੇ ਅਤੇ ਜਸ਼ਨਾਂ ਦਾ ਮਾਹੌਲ ਹੁੰਦਾ ਹੈ। ਇਸ ਕਰਕੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਚੌਕਸ ਹੈ। ਸੁਰੱਖਿਆ ਏਜੰਸੀਆਂ ਚੌਕਸ ਨੇ। ਅਜਿਹੇ ਮੌਕਿਆਂ ਦੇ ਉੱਤੇ ਕਿਸੇ ਨਾ ਕਿਸੇ ਘਟਨਾ ਦੇ ਵਾਪਰਨ ਦਾ ਪੂਰਾ ਖਦਸ਼ਾ ਰਹਿੰਦਾ ਹੈ। ਚੰਡੀਗੜ੍ਹ ਦੇ ਵਿੱਚ ਵੀ ਥਾਂ ਤੇ ਪੁਲਿਸ ਤੈਨਾਤ ਕਰ ਦਿੱਤੀ ਗਈ ਹੈ। ਸ਼ੱਕੀ ਵਿਅਕਤੀਆਂ ਤੇ ਨਜ਼ਰ ਰੱਖੀ ਜਾ ਰਹੀ ਹੈ। CCTV ਤੇ ਵੀ ਪੂਰੀ ਟੀਮ ਹੈ ਜਿਹੜੀ ਚੰਡੀਗੜ੍ਹ ਪੁਲਿਸ ਦੀ ਉਹ ਬੈਠੀ ਹੋਈ ਹੈ। ਰੇਲਵੇ ਪੁਲਿਸ ਬਲ ਦੀਆਂ ਟੀਮਾਂ ਨੇ ਕਮਾਂਡੋਜ਼ ਦੇ ਜਵਾਨਾਂ ਦੇ ਨਾਲ ਮਿਲ ਕੇ ਸਰਚ ਮੁਹਿੰਮ ਚਲਾਈ। ਰੇਲਵੇ ਸਟੇਸ਼ਨ ਦੇ ਉੱਤੇ ਜਿਹੜਾ ਹੈਗਾ ਡੂੰਘਾਈ ਦੇ ਨਾਲ ਜਾਂਚ ਕੀਤੀ ਗਈ। 43 ਸੈਕਟਰ ਦਾ ਜਿਹੜਾ ਬੱਸ ਸਟੈਂਡ ਹੈ ਉੱਥੇ ਵੀ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਗਈ। ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਨੂੰ ਜਾਣ ਵਾਲੀਆਂ ਬੱਸਾਂ ਦੀ ਖਾਸ ਤੌਰ ਤੇ ਚੈਕਿੰਗ ਕੀਤੀ ਜਾ ਰਹੀ ਹੈ। ਕੇਂਦਰ ਨੇ ਇੱਕ ਚੇਤਾਵਨੀ ਜਾਰੀ ਕੀਤੀ ਹੈ ਸਾਰੇ ਦੇਸ਼ ਵਾਸੀਆਂ ਦੇ ਲਈ ਕਿ ਜਿਹੜੇ ਲੋਕ ਵੀ ਗੂਗਲ ਕ੍ਰੋਮ ਬ੍ਰਾਊਜ਼ਰ ਦੀ ਵਰਤੋਂ ਕਰਦੇ ਨੇ ਉਹ ਤਤਕਾਲ ਉਸ ਨੂੰ ਅਪਡੇਟ ਕਰ ਲੈਣ, ਕਿਉਂਕਿ ਡਿਟੇਲ ਲੀਕ ਹੋਣ ਦਾ ਖਤਰਾ ਹੈ। ਸੋ ਜੋ ਵੀ ਆਪਣੇ ਮੋਬਾਈਲ ਦੇ ਵਿੱਚ ਜਾਂ ਆਪਣੇ ਲੈਪਟਾਪ ਦੇ ਵਿੱਚ ਗੂਗਲ ਕ੍ਰੋਮ ਬ੍ਰਾਊਜ਼ਰ ਵਰਤਦਾ ਹੈ ਉਸ ਨੂੰ ਤੁਰੰਤ ਅਪਡੇਟ ਕਰ ਲਿਆ ਜਾਵੇ। ਤੁਹਾਡੇ ਫੋਨ ਜਿਹੜੇ ਹੈਗੇ ਨੇ ਉਹ ਹੈਕ ਹੋ ਸਕਦੇ ਨੇ, ਡਿਟੇਲ ਲੀਕ ਹੋ ਸਕਦੀ ਹੈ। ਪੰਜਾਬ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਸਾਰੀਆਂ ਪੰਚਾਇਤਾਂ ਤੁਰੰਤ ਭੰਗ ਕਰ ਦਿੱਤੀਆਂ ਨੇ, ਯਾਨੀ ਕਿ ਪੰਜਾਬ ਦੇ ਕਿਸੇ ਵੀ ਪਿੰਡ ਦੇ ਵਿੱਚ ਹੁਣ ਕੋਈ ਸਰਕਾਰ ਨਹੀਂ ਹੈ। ਸਭ ਤੋਂ ਛੋਟੀ ਸਰਕਾਰ ਹੁੰਦੀ ਹੈ ਪੰਚਾਇਤ, ਉਹ ਸਾਰੀ ਭੰਗ ਕਰ ਦਿੱਤੀ ਗਈ ਹੈ। ਸਾਰੇ ਕਿਤੇ ਪੰਚਾਇਤ ਸਮਿਤੀਆਂ, ਬਲਾਕ ਸਮਿਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੀ ਚੋਣ
ਚੋਣ 25 ਨਵੰਬਰ ਤੱਕ ਹੋਏਗੀ। ਪੰਚਾਂ ਤੇ ਸਰਪੰਚਾਂ ਦੇ ਲਈ ਪੰਚਾਇਤੀ ਚੋਣਾਂ 31 ਦਸੰਬਰ ਤੱਕ ਕਰਵਾਈਆਂ ਜਾਣਗੀਆਂ। ਨੋਟੀਫਿਕੇਸ਼ਨ ਸਰਕਾਰ ਨੇ ਜਾਰੀ ਕਰ ਦਿੱਤਾ ਹੈ। ਪੰਜਾਬ ਦੇ ਪਿੰਡਾਂ ਦੇ ਵਿੱਚ 13,241 ਪੰਚਾਇਤਾਂ ਨੇ, 157 ਪੰਚਾਇਤ ਸਮਿਤੀਆਂ ਅਤੇ 23 ਜ਼ਿਲ੍ਹਾ ਪ੍ਰੀਸ਼ਦ ਨੇ। ਸੋ ਪੰਜਾਬ ਦੇ ਪਿੰਡ ਭਾਵੇਂ 12,000 ਤੋਂ ਵੱਧ ਨੇ, ਪਰ ਪੰਚਾਇਤਾਂ 13,241 ਇਸ ਕਰਕੇ ਨੇ ਕਿਉਂਕਿ ਕਈ ਵੱਡੇ ਪਿੰਡ ਹੁੰਦੇ ਨੇ, ਉੱਥੇ ਫਿਰ ਇੱਕ ਤੋਂ ਵੱਧ ਪੰਚਾਇਤਾਂ ਵੀ ਬਣਦੀਆਂ ਹੁੰਦੀਆਂ। ਪੰਜਾਬ ਕੈਬਨਿਟ ਦੀ ਅਹਿਮ ਬੈਠਕ ਵੀ ਹੋਈ ਹੈ, ਜਿਹਦੇ ਵਿੱਚ 3 ਵੱਡੇ ਫੈਸਲੇ ਲਏ ਗਏ ਨੇ। ਸੜਕਾਂ ਤੇ ਲੋਕਾਂ ਦੀ ਸੁਰੱਖਿਆ ਦੇ ਲਈ, ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਦੇ ਲਈ, ਐਕਸੀਡੈਂਟ ਵਰਗੀਆਂ ਘਟਨਾਵਾਂ ਘਟਾਉਣ ਦੇ ਲਈ ਸੜਕ ਸੁਰੱਖਿਆ ਫੋਰਸ ਦੇ ਗਠਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਕੈਬਨਿਟ ਨੇ। ਦੂਸਰਾ ਫੈਸਲਾ, ਹਰ ਜ਼ਿਲ੍ਹੇ ਦੇ ਵੱਡੇ ਪਾਰਕ ਦੇ ਵਿੱਚ ਸ਼ਹੀਦੀ ਸਮਾਰਕ ਬਣੇਗੀ, ਸ਼ਹੀਦਾਂ ਨੂੰ ਸਮਰਪਿਤ। ਤੀਸਰਾ ਫੈਸਲਾ ਹੈ ਕਿ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਦੇ ਉੱਤੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਤੇ ਲੋਕਾਂ ਦੀ ਸੇਵਾ ਦੇ ਲਈ ਪੰਜਾਬ ਸਰਕਾਰ ਸਹਾਇਤਾ ਕੇਂਦਰ ਬਣਾਏਗੀ। ਇਸ ਨੂੰ ਵੀ ਕੈਬਨਿਟ ਨੇ ਮਨਜ਼ੂਰੀ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹਨਾਂ ਸਾਰੇ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਹੋਇਆਂ ਦਾਅਵਾ ਕੀਤਾ ਕਿ ਇਹ ਸਾਰੇ ਫੈਸਲੇ ਲੈਣ ਵਾਲਾ ਪੰਜਾਬ ਪੂਰੇ ਦੇਸ਼ ਦੇ ਵਿੱਚੋਂ ਮੋਹਰੀ ਸੂਬਾ ਬਣਿਆ ਹੈ। ਸਾਡੀ ਕਹਿੰਦੇ ਕੋਸ਼ਿਸ਼ ਹੈ ਕਿ ਹਰ ਉਪਰਾਲੇ ਦੇ ਵਿੱਚ ਪੰਜਾਬ ਮੋਹਰੀ ਹੋਵੇ, ਯਾਨੀ ਕਿ ਜਿਹੜੇ 3 ਫੈਸਲੇ ਲਏ ਗਏ ਨੇ ਇਸ ਮੀਟਿੰਗ ਦੇ ਵਿੱਚ, ਉਹ ਹੋਰ ਕਿਸੇ ਸੂਬੇ ਦੇ ਵਿੱਚ ਅੱਜ ਤੱਕ ਲਾਗੂ ਹੀ ਨਹੀਂ ਹੋਏ। ਪੰਜਾਬ ਕੈਬਨਿਟ ਦੇ ਵਿੱਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਦਿੱਤੀ। ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਗਿਆ ਔਰ ਜਿਸ ਦੇ ਅੰਦਰ 30 ਕਿਲੋਮੀਟਰ ਦੇ ਦਾਇਰੇ ਦੇ ਵਿੱਚ 30 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਇੱਕ ਜਿਹੜੀ ਬੈਨ ਮਿਲੂਗੀ, ਇੱਕ ਅਤੀ ਆਧੁਨਿਕ ਜਿਹੜਾ ਕੈਮਰਿਆਂ ਦੇ ਨਾਲ, ਅਤੀ ਆਧੁਨਿਕ ਟੈਕਨੋਲੋਜੀ ਦੇ ਨਾਲ ਲੈਸ ਇੱਕ ਵਹੀਕਲ ਹੋਊਗਾ ਜਿਹੜਾ ਲਗਾਤਾਰ ਉਸ ਇਲਾਕੇ ਦੇ ਅੰਦਰ, ਉਸ ਹਾਈਵੇ ਦੇ ਉੱਤੇ ਪੈਟਰੋਲਿੰਗ ਕਰੂਗਾ ਔਰ ਜਿਹੜੀ ਵੀ ਅਣਸੁਖਾਵੀ ਘਟਨਾ ਵਾਪਰੂਗੀ, ਜਿਹੜਾ ਵੀ ਕੋਈ ਐਕਸੀਡੈਂਟ ਹੁੰਦਾਗਾ, ਉਹ ਐਕਸੀਡੈਂਟ ਦੇ ਮਰੀਜ਼ਾਂ ਨੂੰ ਉਠਾਉਣ ਦੇ ਲਈ ਉਹ ਇੱਕ ਯਤਨ ਕਰੂਗੀ ਔਰ ਇਹਦੇ ਉੱਤੇ ਲਗਭਗ 30 ਕਰੋੜ ਜਿਹੜੇ ਪੈਸੇ ਨੇ ਉਹ ਆਉਣ ਦਾ ਅਨੁਮਾਨ ਆ, ਉਹ ਅਸੀਂ ਜਾਰੀ ਕਰ ਚੁੱਕੇ ਨੇ ਔਰ ਪਹਿਲੀ ਜਿਹੜੀ ਇਹਦੀ ਆ, ਅਸੀਂ 1500 ਜਵਾਨ ਜਿਹੜੇ ਨੇਗੇ ਪਹਿਲੇ ਅਟੈਂਪਟ ਵਜੋਂ ਫਸਟ ਜਿਹੜਾ ਸਾਡਾ ਹੋਆ 1500 ਜਵਾਨਾਂ ਨੂੰ ਤਾਇਨਾਤ ਕਰਾਂਗੇ ਔਰ ਗਿਣਤੀ ਜਿਹੜੀ ਵੱਧ ਕੇ ਆ ਉਹ ਲਗਭਗ 5000 ਤੇ ਪਹੁੰਚ ਸਕਦੀ ਆ ਔਰ 144 ਜਿਹੜੀਆਂ ਪੈਟਰੋਲਿੰਗ ਵਹੀਕਲ ਹੋਣਗੇ ਜਿਹੜੇ ਲਗਾਤਾਰ ਬਿਲਕੁਲ ਇੱਕ ਹੈੱਡਕੁਆਟਰ ਬਣੂਗਾ, ਉੱਥੋਂ ਮੋਨੀਟਰਿੰਗ ਹੋਣਗੇ ਔਰ ਮੈਂ ਸਮਝਦਾ ਪੰਜਾਬ ਜਿਹੜਾ ਪਹਿਲਾ ਪ੍ਰਦੇਸ਼ ਬਣਿਆਗਾ ਜਿੱਥੇ ਸੜਕ ਸੁਰੱਖਿਆ ਨੂੰ ਲੈ ਕੇ ਇਹ ਵੱਡੇ ਕਦਮ ਜਿਹੜੇ ਨੇਗੇ ਉਹ ਮਾਨਯੋਗ ਸੀਐਮ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਚੁੱਕੇ ਨੇਗੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਮੌਕੇ ਕੇਂਦਰ ਸਰਕਾਰ ਤੇ ਵੀ ਨਿਸ਼ਾਨਾ ਸਾਧਿਆ। ਕਹਿੰਦੇ ਅੱਜ ਦੇ ਸਮੇਂ ਦੇ ਵਿੱਚ ਦੇਸ਼ ਦੇ ਅੰਦਰ ਲੋਕਤੰਤਰ ਨੂੰ ਖਤਮ ਕੀਤਾ ਜਾ ਰਿਹਾ ਹੈ ਤੇ ਸਭ ਤੋਂ ਵੱਧ ਲੋਕਤੰਤਰ ਨੂੰ ਬੀਜੇਪੀ ਤੋਂ ਹੀ ਖਤਰਾ ਹੈ। ਕਹਿੰਦੇ ਬੀਜੇਪੀ ਪੂਰੇ ਦੇਸ਼ ਦੇ ਵਿੱਚ ਤਬਾਹੀ ਕਰਨ ਲੱਗੀ ਹੋਈ ਹੈ। ਅੱਜ ਦੇਸ਼ ਦਾ ਲੋਕਤੰਤਰ, ਅੱਜ ਦੇਸ਼ ਦੀ ਡੈਮੋਕ੍ਰੇਸੀ ਨੂੰ ਸਭ ਤੋਂ ਵੱਡਾ ਖਤਰਾ ਕਿਤੋਂ ਬਣਿਆਗਾ? बीजेपी तो बनेगा, भारतीय जनता पार्टी की सरकार तो बनेगा। आज एक एक करके, आज सिंगल चूज करके साडियां संस्थावां नूं, साडियां इंस्टीट्यूशन का सियासीकरण किया जा रहा है। उन्हां दे उत्ते व्यक्ति विशेष, एक विचारधारा नाल संबंधित व्यक्ति, क्या व्यक्ति इत्थे बैठूगा, उहदी सिलेक्शन करने दे लई साडी मानयोग सुप्रीम कोर्ट दे ਆਰਡਰ ਦੀ ਧੱਜੀਆਂ ਉਡਾਈਆਂ ਜਾ ਸਕਦੀਆਂ ਨੇ, ਜਾ ਰਹੀਆਂ ਨੇਗੀਆਂ। ਸਾਡੀ ਮਾਨਯੋਗ ਸੁਪਰੀਮ ਕੋਰਟ ਦਾ ਨਿਰਾਦਰ ਕੀਤਾ ਜਾ ਰਿਹਾ ਹੈਗਾ। ਸਾਡੀ ਸਰਵਉੱਚ ਅਦਾਲਤ ਦੇ ਫੈਸਲਿਆਂ ਨੂੰ ਰੱਦ ਕੀਤਾ ਜਾ ਰਿਹਾ ਹੈਗਾ ਕਿਉਂਕਿ ਦੇਸ਼ ਮੈਂ ਸਮਝਦਾ ਤਾਨਾਸ਼ਾਹੀ ਵੱਲ ਵਧ ਰਿਹਾ ਹੈਗਾ। ਦੇਸ਼ ਦੀ ਹਕੂਮਤ ਜਮਾਤ, ਦੇਸ਼ ਤੇ ਰਾਜ ਕਰਦਾ ਪਾਰਟੀ ਅੱਜ ਉਹ देश के लोकतंत्र के लिए सब तो बड़ा खतरा बनी है। आज देश का लोकतंत्र खतरे दे विच आ। ਹਾਲਾਂਕਿ ਮੀਟਿੰਗ ਤੋਂ ਪਹਿਲਾਂ ਇਹ ਚਰਚਾ ਪੂਰੀ ਚੱਲ ਰਹੀ ਸੀ ਕਿ ਪੰਜਾਬ ਕੈਬਨਿਟ ਦੇ ਵਿੱਚ ਫੇਰ ਬਦਲ ਹੋ ਸਕਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਗਏ ਹੋਏ ਸਨ, ਤਾਂ ਵੀ ਇਹ ਚਰਚਾ ਚੱਲ ਰਹੀ ਸੀ ਕਿ ਅਰਵਿੰਦ ਕੇਜਰੀਵਾਲ ਪਾਰਟੀ ਦੇ ਕੌਮੀ ਕਨਵੀਨਰ ਦੇ ਨਾਲ ਮੀਟਿੰਗ ਉਹ ਕੈਬਨਿਟ ਦੇ ਫੇਰ ਬਦਲ ਨੂੰ ਲੈ ਕੇ ਹੀ ਕਰਨ ਗਏ ਨੇ। ਹਾਲਾਂਕਿ ਕਨਸੋਆਂ ਜ਼ਿਆਦਾਤਰ ਸੱਚ ਹੀ ਸਾਬਿਤ ਹੋ ਜਾਂਦੀਆਂ ਹੁੰਦੀਆਂ ਨੇ। ਖਬਰਾਂ ਜਿਹੜੀਆਂ ਅੰਦਰੋਂ ਐਵੇਂ ਹੀ ਨਹੀਂ ਨਿਕਲਦੀਆਂ ਹੁੰਦੀਆਂ, ਸੂਤਰਾਂ ਦੇ ਜ਼ਰੀਏ ਹੀ ਨਿਕਲਦੀਆਂ ਹੁੰਦੀਆਂ ਨੇ। ਸੋ ਇਹ ਖਬਰਾਂ ਚੱਲ ਰਹੀਆਂ ਨੇ ਕਿ ਵਿਵਾਦਿਤ ਮੰਤਰੀ ਲਾਲ ਚੰਦ ਕਟਾਰੂ ਚੱਕ ਨੂੰ ਹਟਾਇਆ ਜਾ ਸਕਦਾ ਹੈ ਤੇ 2 ਨਵੇਂ
ਚਿਹਰੇ ਕੈਬਨਿਟ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ। 2 ਵਿਧਾਇਕਾਂ ਨੂੰ ਵਜ਼ੀਰੀ ਮਿਲ ਸਕਦੀ ਹੈ। ਵੱਡੀ ਖਬਰ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਪ੍ਰਸ਼ਾਸਕ ਦੀ ਨਿਯੁਕਤੀ ਦੇ ਨਾਲ ਜੁੜੀ ਹੋਈ ਹੈ। ਪਿਛਲੇ ਦਿਨੀ ਮਹਾਰਾਸ਼ਟਰ ਸਰਕਾਰ ਨੇ ਇੱਕ ਸਿੱਖ ਦੀ ਥਾਂ ਪ੍ਰਬੰਧਕੀ ਬੋਰਡ ਦਾ ਜਿਹੜਾ ਪ੍ਰਧਾਨ ਹੈ ਉਹ ਇੱਕ ਹਿੰਦੂ IAS ਅਫਸਰ ਨੂੰ ਲਾ ਦਿੱਤਾ ਸੀ, ਜਿਸ ਤੋਂ ਬਾਅਦ ਵੱਡਾ ਵਿਵਾਦ ਚੱਲ ਰਿਹਾ ਸੀ। ਹਰ ਸਿੱਖ ਲੀਡਰ ਨੇ ਇਸ ਫੈਸਲੇ ਦੀ ਵਿਰੋਧਤਾ ਕੀਤੀ ਸੀ, ਜਿਸ ਤੋਂ ਬਾਅਦ ਹੁਣ ਆਖਿਰਕਾਰ ਮਹਾਰਾਸ਼ਟਰ ਸਰਕਾਰ ਨੇ ਆਪਣਾ ਫੈਸਲਾ ਪਲਟ ਦਿੱਤਾ ਹੈ। ਸਰਕਾਰ ਨੇ ਹੁਣ ਡਾਕਟਰ ਵਿਜੇ ਸਤਬੀਰ ਸਿੰਘ ਨੂੰ ਨਵਾਂ ਪ੍ਰਸ਼ਾਸਕ ਬਣਾਇਆ ਹੈ। ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦਾ ਡਾਕਟਰ ਵਿਜੇ ਸਤਬੀਰ ਸਿੰਘ 1984 IAS ਬੈਚ ਦੇ ਅਧਿਕਾਰੀ ਨੇ ਤੇ ਉਹ ਮਹਾਰਾਸ਼ਟਰ ਸਰਕਾਰ ਦੇ ਵਿੱਚ ਐਡੀਸ਼ਨਲ ਚੀਫ ਸਕੱਤਰ ਵੀ ਰਹਿ ਚੁੱਕੇ ਨੇ, ਰਿਟਾਇਰਡ ਹੋ ਚੁੱਕੇ ਨੇ। ਇਸ ਦੀ ਜਾਣਕਾਰੀ DSGMC ਦੇ ਸਾਬਕਾ ਪ੍ਰਧਾਨ ਤੇ BJP ਦੇ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਨਸ਼ਰ ਕੀਤੀ ਹੈ। ਸਿਰਸਾ ਤੇ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਇਸ ਮਸਲੇ ਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਪਹਿਲਾਂ PS ਪਸਰੀਚਾ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੇ ਨਾਂਦੇੜ ਜ਼ਿਲ੍ਹੇ ਦੇ ਕਲੈਕਟਰ ਅਭਿਜੀਤ ਰਾਜੇਂਦਰ ਰਾਉਤ ਨੂੰ ਪ੍ਰਸ਼ਾਸਕ ਦੀ ਜ਼ਿੰਮੇਵਾਰੀ ਸੌਂਪੀ ਸੀ ਤੇ ਜਦੋਂ ਇੱਕ ਗੈਰ ਸਿੱਖ ਨੂੰ ਤੇ ਗੈਰ ਅੰਮ੍ਰਿਤਧਾਰੀ ਨੂੰ ਇੱਕ ਮੋਨੇ ਅਧਿਕਾਰੀ ਨੂੰ ਪ੍ਰਬੰਧਕੀ ਬੋਰਡ ਦਾ ਪ੍ਰਸ਼ਾਸਕ ਲਾਇਆ ਗਿਆ ਤਾਂ ਪੂਰੀ ਦੁਨੀਆ ਦੇ ਵਿੱਚ ਵਸਦੇ ਸਿੱਖਾਂ ਨੇ ਹੈਰਾਨੀ ਪ੍ਰਗਟ ਕੀਤੀ, ਅਫਸੋਸ ਵੀ ਪ੍ਰਗਟ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਮੁੱਦੇ ਤੇ ਮਹਾਰਾਸ਼ਟਰ ਸਰਕਾਰ ਨੂੰ ਚਿੱਠੀ ਲਿਖ ਕੇ ਕਰੜਾ ਇਤਰਾਜ਼ ਜਤਾਇਆ ਸੀ, ਆਪਣਾ ਫੈਸਲਾ ਬਦਲਣ ਦੇ ਲਈ ਕਿਹਾ ਸੀ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਮਹਾਰਾਸ਼ਟਰ ਸਰਕਾਰ ਨੂੰ ਇਸ ਬਾਬਤ ਚਿੱਠੀ ਲਿਖੀ ਸੀ ਤੇ ਹੁਣ ਮਹਾਰਾਸ਼ਟਰ ਸਰਕਾਰ ਦੇ ਵੱਲੋਂ ਗੈਰ ਸਿੱਖ ਪ੍ਰਸ਼ਾਸਕ ਨੂੰ ਹਟਾ ਕੇ ਇੱਕ ਸਿੱਖ ਨੂੰ ਲਾਏ ਜਾਣ ਦੇ ਫੈਸਲੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਵਾਗਤ ਕੀਤਾ ਹੈ। ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਮੋਦੀ ਸਰਕਾਰ ਨੂੰ ਅਪੀਲ ਵੀ ਕੀਤੀ ਹੈ ਕਿ ਸਿੱਖਾਂ ਦੀ ਭਾਵਨਾ ਨਾਲ ਜੁੜੇ ਮੁੱਦੇ, ਬੰਦੀ ਸਿੰਘਾਂ ਦੀ ਰਿਹਾਈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਕਮੇਟੀ ਬਣਾਉਣ ਦਾ ਜਿਹੜਾ ਫੈਸਲਾ ਲਿਆ ਸੀ ਉਹਦੇ ਵਿੱਚ ਵੀ ਤੁਰੰਤ ਸੋਧ ਕੀਤੀ ਜਾਵੇ। ਅਸੀਂ ਇਸ ਤੇ ਫੈਸਲੇ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦੇ ਹਾਂ ਤੇ ਸਮੁੱਚੀ ਸੰਗਤ ਤੇ ਜਥੇਬੰਦੀਆਂ ਜਿਨ੍ਹਾਂ ਨੇ ਇਸ ਫੈਸਲੇ ਦੇ ਵਿੱਚ ਆਪਣਾ ਯੋਗਦਾਨ ਪਾਇਆ, ਆਵਾਜ਼ ਬੁਲੰਦ ਕੀਤੀ, ਉਹਨਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਵਾਗਤ ਵੀ ਕਰਦੇ ਹਾਂ ਤੇ ਸਰਕਾਰ ਨੂੰ ਵੀ ਇਸ ਗੱਲ ਲਈ ਅਸੀਂ ਅਪੀਲ ਕਰਦੇ ਹਾਂ ਕਿ ਪਿਛਲੇ ਸਮੇਂ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲੋਂ ਤੋੜ ਕੇ ਹਰਿਆਣਾ ਕਮੇਟੀ ਵੱਖਰੀ ਬਣਾਉਣੀ, ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ, ਹੋਰ ਵੀ ਸਿੱਖਾਂ ਦੇ ਜਿੰਨੇ ਮਸਲੇ ਨੇ ਉਹ ਮਸਲਿਆਂ ਨੂੰ ਇਸੇ ਤਰ੍ਹਾਂ ਹੀ ਹੱਲ ਕਰੇ ਤਾਂ ਕਿ ਸਿੱਖਾਂ ਤੇ ਜਿਹੜੇ ਜ਼ਖਮ ਨੇ ਪਿਛਲੇ ਸਮੇਂ ਕਾਂਗਰਸ ਸਰਕਾਰ ਵੱਲੋਂ ਦਿੱਤੇ ਗਏ ਉਹਨਾਂ ਦੇ ਮੱਲਮ ਲੱਗ ਸਕੇ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਲੀਡਰ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਵੀ ਫੈਸਲੇ ਤੇ ਸੰਤੁਸ਼ਟੀ ਪ੍ਰਗਟਾਈ ਹੈ ਤੇ ਨਾਲ ਹੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਬੜੇ ਤਿੱਖੇ ਰੂਪ ਦੇ ਵਿੱਚ ਲਗਾਤਾਰ ਇਸ ਫੈਸਲੇ ਦਾ ਵਿਰੋਧ ਕੀਤਾ ਸੀ ਅਤੇ ਪੂਰੇ ਸਿੱਖ ਜਗਤ ਦੀ ਇਸ ਫੈਸਲੇ ਦੇ ਪਲਟਣ ਕਾਰਨ ਜਿੱਤ ਹੋਈ ਹੈ। ਮਹਾਰਾਸ਼ਟਰ ਸਰਕਾਰ ਨੇ ਜਿਹੜੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਫੈਸਲਾ ਪਲਟਿਆ ਹੈ, ਉਹ ਚੰਗਾ ਕੰਮ ਕੀਤਾ ਤੇ ਨਾਲ ਹੀ ਜਿਹੜੇ ਨਵੇਂ ਪ੍ਰਧਾਨ ਲਾਏ ਗਏ ਨੇ, ਨਵੇਂ ਪ੍ਰਸ਼ਾਸਕ ਲਾਏ ਗਏ ਨੇ, ਉਹਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇ ਮਰਿਆਦਾ ਦੇ ਵਿੱਚ ਕੋਈ ਭੁੱਲ ਹੈਗੀ ਹੈ, ਜੇ ਤੁਹਾਡੀ ਰਹਿਤ ਦੇ ਵਿੱਚ ਕੋਈ ਔਣਤਾਈ ਹੈਗੀ, ਉਸ ਨੂੰ ਪੂਰਾ ਕਰਕੇ ਵਧੀਆ ਤਰੀਕੇ ਦੇ ਨਾਲ ਸੇਵਾ ਕਰੋ ਤੇ ਨਾਲ ਹੀ ਉਹਨਾਂ ਨੇ ਉਮੀਦ ਜਤਾਈ ਹੈ ਕਿ ਇੱਥੇ ਚੋਣਾਂ ਵੀ ਛੇਤੀ ਹੋਣਗੀਆਂ। ਸੰਸਾਰ ਭਰ ਦੇ ਸਿੱਖਾਂ 'ਚ ਇਸ ਰੋਸ ਦਾ ਮੁਕਾਬਲਾ ਜਿਹੜੀ ਸੀ BJP ਦੀ ਪਾਰਟੀ ਨਹੀਂ ਕਰ ਸਕੀ, ਜਿਹਦੇ ਕਰਕੇ ਉਹਨਾਂ ਨੇ ਅੱਜ ਡਾਕਟਰ ਵਿਜੇ ਸਤਬੀਰ ਸਿੰਘ ਨੂੰ ਚੇਅਰਮੈਨ ਕੇਅਰਟੇਕਰ ਪ੍ਰਬੰਧਕ ਹਜ਼ੂਰ ਸਾਹਿਬ ਕਮੇਟੀ ਦਾ ਬਣਾਇਆ। ਮੈਨੂੰ ਉਮੀਦ ਹੈ ਕਿ ਉਹ ਬਤੌਰ ਪ੍ਰਬੰਧਕ ਸਿੱਖ ਮਰਿਆਦਾ ਤੇ ਪਰੰਪਰਾਵਾਂ ਨੂੰ ਸਮਝਦੇ ਹੋਏ, ਸਹਿੰਦੇ ਹੋਏ ਉਸ ਮੁਤਾਬਕ ਕੰਮ ਕਰਨਗੇ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਡਾਕਟਰ ਵਿਜੇ ਸਤਬੀਰ ਸਿੰਘ ਨੂੰ, ਉਹਨਾਂ ਨੇ ਦਰਸ਼ਨ ਨਹੀਂ ਕੀਤੇ, ਹੋ ਸਕਦਾ ਗੁਰੂ ਮਹਾਰਾਜ ਦੇ ਬਖਸ਼ਿਸ਼ ਹੋਏ ਉਹਨਾਂ ਤੇ ਤਿਆਰ ਹੋਣ, ਪਰ ਅਗਰ ਕੋਈ ਕਮੀ ਹੈ ਤਾਂ ਪੂਰੇ ਤਿਆਰ ਹੋ ਕੇ ਇਸ ਮਹਾਨ ਸਥਾਨ ਦੇ ਪ੍ਰਬੰਧ ਨੂੰ ਸਾਂਭਣ, ਇਹ ਮੇਰੀ ਬੇਨਤੀ ਹੈ। BJP ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਵੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦਾ ਧੰਨਵਾਦ ਕੀਤਾ। ਉਹਨਾਂ ਨੂੰ ਜਦੋਂ ਅਸੀਂ ਸਾਰੀ ਗੱਲ ਦੱਸੀ, ਉਹਨਾਂ ਨੇ ਤੁਰੰਤ ਫੈਸਲਾ ਲਿਆ ਔਰ ਇਮੀਡੀਏਟਲੀ ਸਰਦਾਰ ਵਿਜੇ ਸਤਬੀਰ ਸਿੰਘ ਇਹ ਗੁਰਸਿੱਖ ਨੂੰ ਇਮੀਡੀਏਟਲੀ ਉਸ ਦਾ ਚਾਰਜ ਸੌਂਪਣ ਦਾ ਫੈਸਲਾ ਲਿਆ ਗਿਆ। ਉਹਨਾਂ ਨੇ ਕਿਹਾ ਕਿ ਇੱਕ ਟੈਂਪਰੇਰੀ ਅਰੇਂਜਮੈਂਟ ਦੇ ਤਹਿਤ ਬਹੁਤ ਸਾਲਾਂ ਤੋਂ ਪਹਿਲਾਂ ਤੋਂ ਇੱਕ ਚੱਲਦਾ ਆ ਰਿਹਾ ਸੀਗਾ ਕਿ ਜਦੋਂ ਵੀ ਵਿੱਚ ਗੈਪ ਹੁੰਦਾ ਸੀ ਪੀਰੀਅਡ, ਜਦੋਂ ਟਰਮ ਖਤਮ ਹੁੰਦੀ ਸੀ, ਉਦੋਂ ਬਾਅਦ ਲੋਕਲ ਡਿਪਟੀ ਕਮਿਸ਼ਨਰ ਇਹ ਚਾਰਜ ਦੇਖਦਾ ਸੀ। ਪਰ ਮੈਂ ਇਹਦੀ ਸੈਂਸਿਟੀਵਿਟੀ ਨੂੰ ਸਮਝਦਾ ਹਾਂ। ਕਿਸੇ ਵੀ ਸੂਰਤ ਅੰਦਰ ਮਹਾਰਾਸ਼ਟਰ ਦੀ ਸਰਕਾਰ ਕਿਸੇ ਵੀ ਸਿੱਖ ਦੀ ਇੱਕ ਵੀ ਭਾਵਨਾ ਨੂੰ ਆਹਤ ਨਹੀਂ ਹੋਣ ਦਊਗੀ।
ਅਸੀਂ ਤੁਰੰਤ ਹੀ ਇਮੀਡੀਏਟਲੀ ਅੱਜ ਤੋਂ ਹੀ ਰਾਈਟ ਵੇ ਉਸੇ ਵੇਲੇ ਉਹਨਾਂ ਨੇ ਗੱਲ ਕਰਕੇ ਤੇ ਫੈਸਲਾ ਲਿਆ ਕਿ ਹੁਣ ਤੋਂ ਹੀ ਆਰਡਰ ਲਾਗੂ ਹੋਏਗਾ ਔਰ ਅੱਜ ਤੋਂ ਹੀ ਵਿਜੇ ਸਤਬੀਰ ਸਿੰਘ ਜੋ ਕਿ ਇੱਕ ਸੀਨੀਅਰ IAS ਆਫੀਸਰ ਰਿਟਾਇਰਡ ਨੇ ਔਰ ਗੁਰਸਿੱਖ ਨੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਜਾਊਗੀ। ਸੋ ਮੈਂ ਧੰਨਵਾਦ ਕਰਦਾ, ਸਾਰੀ ਕੌਮ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਥ ਦਿੱਤਾ। ਔਰ ਮੈਂ ਦਰਅਸਲ ਪੰਜਾਬ ਤੋਂ ਬਾਹਰ ਜਿਹੜੇ 2 ਤਖਤ ਸਾਹਿਬ ਨੇ ਉੱਥੇ ਸਿੱਧਾ ਕੰਟਰੋਲ ਸੂਬਾ ਸਰਕਾਰਾਂ ਦਾ ਹੀ ਹੁੰਦਾ, ਉਹ ਭਾਵੇਂ ਤਖਤ ਸ੍ਰੀ ਪਟਨਾ ਸਾਹਿਬ ਬਿਹਾਰ ਹੋਵੇ ਜਾਂ ਫਿਰ ਤਖਤ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਾਂਦੇੜ। ਤਖਤ ਹਜ਼ੂਰ ਸਾਹਿਬ ਬੋਰਡ ਦਾ ਗਠਨ 1956 ਐਕਟ ਅਧੀਨ ਹੋਇਆ ਸੀ। ਬੁਲੇਟਿਨ ਦੇ ਵਿੱਚ ਹੁਣ ਤੁਹਾਨੂੰ ਕੁਝ ਹੋਰ ਵੱਡੀਆਂ ਖਬਰਾਂ ਦੱਸਦੇ ਹਾਂ। ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਤੋਂ ਖਬਰ ਹੈ ਜਿੱਥੇ ਜਲੰਧਰ ਵਾਸੀ 2 ਭਰਾਵਾਂ ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ। ਹਿਮਾਚਲ ਦੇ ਸੋਲਨ ਜ਼ਿਲ੍ਹੇ ਦੇ ਵਿੱਚ ਇਹ ਸਾਰੀ ਵਾਰਦਾਤ ਵਾਪਰੀ ਹੈ। ਪੈਸੇ ਦੇ ਝਗੜੇ ਕਾਰਨ ਬੇਰਹਿਮੀ ਦੇ ਨਾਲ ਦੋਸਤਾਂ ਦੇ ਵੱਲੋਂ ਹੀ ਕਤਲ ਕੀਤੇ ਜਾਣ ਦਾ ਖਦਸ਼ਾ ਹੈ। ਵੀਰਵਾਰ ਸ਼ਾਮ ਨੂੰ ਨਾਲਾਗੜ੍ਹ ਦੇ ਵਿੱਚ ਇੱਕ ਘਟਨਾ ਵਾਪਰੀ ਹੈ। ਮ੍ਰਿਤਕਾਂ ਦੀ ਪਛਾਣ ਵਰੁਣ ਜੋ ਕਿ ਜ਼ਿਲ੍ਹੇ ਦੇ ਵਿੱਚ ਇਲੈਕਟ੍ਰੀਸ਼ੀਅਨ ਸੀ ਤੇ ਕੁਨਾਲ ਵਜੋਂ ਹੋਈ ਹੈ। ਦੋਵੇਂ ਭਰਾ ਸਨ। ਮ੍ਰਿਤਕ ਭਰਾਵਾਂ ਦੇ ਮਾਮੇ ਲੋਕੇਸ਼ ਨੇ ਪੁਲਿਸ ਨੂੰ ਦੱਸਿਆ ਕਿ ਨਕੋਦਰ ਦੇ ਰਹਿਣ ਵਾਲੇ ਗੌਰਵ ਗਿੱਲ ਨੇ ਪੈਸਿਆਂ ਦੇ ਵਿਵਾਦ ਕਰਕੇ ਉਸਦੇ ਭਾਣਜਿਆਂ ਨੂੰ ਮਿਲਣ ਵਾਸਤੇ ਬੁਲਾਇਆ ਸੀ। ਜੋ ਦੋਵੇਂ ਭਰਾਵਾਂ ਨੇ ਗਿੱਲ ਨੂੰ ਮਿਲਣ ਲਈ ਨਕੋਦਰ ਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਉਹਨਾਂ ਨੂੰ ਨਾਲਾਗੜ੍ਹ ਰਾਮ ਸ਼ਹਿਰ ਰੋਡ ਤੇ ਇੱਕ ਥਾਂ ਤੇ ਆਉਣ ਲਈ ਕਿਹਾ ਗਿਆ ਜਿੱਥੇ 3 ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਵਰੁਣ ਤੇ ਕੁਨਾਲ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਦੋਵੇਂ ਭਰਾ ਸੜਕ ਤੇ ਪਏ ਮਿਲੇ। ਪੁਲਿਸ ਉਹਨਾਂ ਨੂੰ ਹਸਪਤਾਲ ਲੈ ਕੇ ਗਈ ਪਰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। CCTV ਫੁਟੇਜ ਵੀ ਸਾਹਮਣੇ ਆਈ ਹੈ। ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਬਹੁਤ ਹੀ ਪਰੇਸ਼ਾਨ ਕਰਨ ਵਾਲੀਆਂ ਤਸਵੀਰਾਂ ਨੇ। ਦਿਨ ਦਿਹਾੜੇ ਜਦੋਂ ਇਹ ਵਾਰਦਾਤ ਵਾਪਰ ਰਹੀ ਸੀ ਦੋਨਾਂ ਭਰਾਵਾਂ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਸੀ। ਸੜਕ ਦੇ ਕਿਨਾਰੇ ਇੱਕ ਸਕੂਟਰੀ ਤੇ ਵੀ 2 ਜਣੇ ਖੜੇ ਸੀ। ਇਧਰਲੇ ਪਾਸੇ ਇੱਕ ਬੱਸ ਵੀ ਖੜੀ ਸੀ ਪਰ ਕਿਸੇ ਨੇ ਇਹਨਾਂ ਨੂੰ ਬਚਾਉਣ ਦਾ ਜਿਹੜਾ ਜਿਗਰਾ ਨਹੀਂ ਦਿਖਾਇਆ। ਸ਼ਾਇਦ ਜੇ ਲੋਕ ਬੱਸ ਦੇ ਵਿੱਚ ਉਤਰ ਕੇ ਇੱਥੇ ਆ ਜਾਂਦੇ ਤਾਂ ਇਹਨਾਂ ਦੀ ਜਾਨ ਬਚ ਸਕਦੀ ਸੀ ਪਰ ਅੱਜ ਬਹੁਤਿਆਂ ਦੇ ਖੂਨ ਚਿੱਟੇ ਹੋਏ ਪਏ ਨੇ। ਦੋਵੇਂ ਭਰਾ ਨਕੋਦਰ ਤਹਿਸੀਲ ਦੇ ਪਿੰਡ ਖੀਵਾ ਦੇ ਰਹਿਣ ਵਾਲੇ ਸਨ। ਵਰੁਣ ਤੇ ਕੁਨਾਲ ਨਾਲਾਗੜ੍ਹ ਦੇ ਵਿੱਚ ਕਿਰਾਏ ਦੇ ਮਕਾਨ 'ਚ ਰਹਿੰਦੇ ਸੀ। ਪਤਾ ਲੱਗਿਆ ਕਿ ਹਮਲਾਵਰਾਂ ਨੇ ਦੋਵੇਂ ਭਰਾਵਾਂ ਨੂੰ ਮਾਰਨ ਤੋਂ ਪਹਿਲਾਂ ਉਹਨਾਂ ਦੀ ਰੇਕੀ ਵੀ ਕੀਤੀ ਸੀ। ਨਾਲਾਗੜ੍ਹ ਰਾਮ ਸ਼ਹਿਰ ਸੜਕ ਤੇ ਸਥਿਤ ਪ੍ਰੀਤ ਕਲੋਨੀ ਦੇ ਨੇੜੇ ਸ਼ਰੇਆਮ ਦੋਵੇਂ ਭਰਾਵਾਂ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹਮਲਾਵਰਾਂ ਦੀ ਗਿਣਤੀ 3 ਦੱਸੀ ਜਾ ਰਹੀ ਹੈ। ਇਸੇ ਤਰ੍ਹਾਂ ਗੁਰਦਾਸਪੁਰ ਤੋਂ ਖਬਰ ਆਈ ਹੈ। ਇੱਥੇ ਵੀ ਵੱਡੀ ਵਾਰਦਾਤ ਵਾਪਰੀ ਹੈ। ਭੇਤ ਭਰੀ ਹਾਲਤ ਦੇ ਵਿੱਚ ਪਤੀ ਪਤਨੀ ਨੂੰ ਮਾਰ ਦਿੱਤਾ ਗਿਆ। ਘਰ ਦੇ ਵਿੱਚੋਂ ਦੋਵਾਂ ਦੀਆਂ 2 ਦਿਨ ਬਾਅਦ ਮ੍ਰਿਤਕ ਦੇਹਾਂ ਬਰਾਮਦ ਹੋਈਆਂ ਨੇ। ਪਿੰਡ ਮੀਕੇ ਦੇ ਵਿੱਚ ਇਹ ਵਾਰਦਾਤ ਵਾਪਰੀ ਹੈ। ਜੋੜੇ ਦੀਆਂ ਮ੍ਰਿਤਕ ਦੇਹਾਂ ਕਤਲ ਤੋਂ 2 ਦਿਨ ਬਾਅਦ ਘਰ ਦੇ ਅੰਦਰੋਂ ਉਹਨਾਂ ਦੇ ਕਮਰੇ ਦੇ ਵਿੱਚ ਬੰਦ ਮਿਲੀਆਂ। ਮ੍ਰਿਤਕ ਲਸ਼ਕਰ ਸਿੰਘ ਦੀ 55 ਸਾਲ ਦੀ ਉਮਰ ਸੀ। ਉਹਨਾਂ ਦੇ ਭਤੀਜੇ ਜ਼ੋਰਾਵਰ ਸਿੰਘ ਨੇ ਦੱਸਿਆ ਕਿ ਚਾਚਾ ਤੇ ਚਾਚੀ ਅਮਰੀਕ ਕੌਰ 52 ਸਾਲ ਦੀ ਸੀ। ਘਰ ਵਿੱਚ ਇਕੱਲੇ ਰਹਿੰਦੇ ਸੀ। ਪੁੱਤ ਦੁਬਈ ਰਹਿੰਦਾ ਹੈ। 9 ਅਗਸਤ ਨੂੰ ਫੋਨ ਕੀਤਾ ਸੀ ਕਿ ਉਹ ਆਪਣੀ ਮਾਂ ਨਾਲ ਗੱਲ ਕਰਨੀ ਚਾਹੁੰਦਾ ਹੈ ਪਰ ਫੋਨ ਬੰਦ ਆ ਰਿਹਾ ਹੈ। ਜ਼ੋਰਾਵਰ ਨੇ ਦੱਸਿਆ ਕਿ ਜਦੋਂ ਆਪਣੇ ਚਾਚੇ ਦੇ ਘਰੇ ਗਿਆ ਤਾਂ ਬਾਹਰੋਂ ਜਿੰਦਾ ਲੱਗਿਆ ਹੋਇਆ ਸੀ। ਨੇੜਲੇ ਰਿਸ਼ਤੇਦਾਰਾਂ ਤੋਂ ਪਤਾ ਕਰਨ ਤੇ ਵੀ ਕੋਈ ਜਾਣਕਾਰੀ ਨਹੀਂ ਮਿਲੀ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਪਾਰਟੀ ਘਰੇ ਪਹੁੰਚੀ। ਜਿੰਦਾ ਤੋੜਿਆ, ਅੰਦਰ ਦੇਖਿਆ ਤਾਂ ਦੋਵੇਂ ਜੀ ਮ੍ਰਿਤਕ ਹਾਲਤ ਦੇ ਵਿੱਚ ਪਏ ਸਨ। ਲਸ਼ਕਰ ਸਿੰਘ ਦੇ ਸਿਰ ਦੇ ਪਿਛਲੇ ਪਾਸੇ ਡੂੰਘਾ ਜ਼ਖਮ ਸੀ ਜਦਕਿ ਪਤਨੀ ਅਮਰੀਕ ਕੌਰ ਦਾ ਗਲਾ ਘੋਟ ਕੇ ਕਤਲ ਕੀਤਾ ਗਿਆ ਸੀ। DSP ਰਾਜੇਸ਼ ਕੱਕੜ ਨੇ ਦੱਸਿਆ ਕਿ ਕਾਤਲਾਂ ਨੂੰ ਲੱਭ ਰਹੇ ਹਾਂ। ਤਰਨਤਾਰਨ ਜ਼ਿਲ੍ਹੇ ਦੇ ਵਿੱਚ ਕੌਮਾਂਤਰੀ ਸਰਹੱਦ ਦੇ ਨੇੜੇ BSF ਨੇ ਪਾਕਿਸਤਾਨੀ ਘੁਸਪੈਠੀਆ ਹਲਾਕ ਕਰ ਦਿੱਤਾ। ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਸਵੇਰੇ ਥੇਕਲਾ ਪਿੰਡ ਦੇ ਨੇੜੇ ਇੱਕ ਵਿਅਕਤੀ ਦੀ ਸ਼ੱਕੀ ਹਰਕਤ ਦੇਖੀ। ਜਵਾਨਾਂ ਨੇ ਇਸ ਨੂੰ ਲਲਕਾਰਿਆ ਤੇ ਰੁਕਣ ਲਈ ਕਿਹਾ ਪਰ ਇਹ ਰੁਕਿਆ ਨਹੀਂ, ਅੱਗੇ ਵਧਦਾ ਰਿਹਾ ਤੇ ਫਿਰ BSF ਦੇ ਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ ਤੇ ਇਸ ਦੀ ਮੌਕੇ ਤੇ ਹੀ ਮੌਤ ਹੋ ਗਈ। ਅਧਿਕਾਰੀਆਂ ਦੇ ਦੱਸਣ ਮੁਤਾਬਕ ਇਹ ਪਾਕਿਸਤਾਨ ਤੋਂ ਆਇਆ ਸੀ। ਬਠਿੰਡਾ ਦੇ ਵਿੱਚ ਵੀ ਇੱਕ ਵੱਡੀ ਘਟਨਾ ਵਾਪਰੀ ਹੈ। ਤੜਕੇ 3 ਵਜੇ ਦੇ ਕਰੀਬ ਭੁੱਚੋ ਖੁਰਦ ਨਜ਼ਦੀਕ ਸਕੋਡਾ ਕਾਰ ਸਵਾਰਾਂ ਨੇ ਫਾਇਰਿੰਗ ਕਰਨ ਤੋਂ ਬਾਅਦ ਥਾਣਾ ਕੈਂਟ ਦੇ ਸੰਤਰੀ ਦੀ ਬੰਦੂਕ ਖੋਲੀ ਤੇ ਫਰਾਰ ਹੋ ਗਏ। ਯਾਨੀ ਕਿ ਥਾਣੇ ਦੇ ਵਿੱਚ ਡਿਊਟੀ ਦੇ ਰਹੇ ਸੰਤਰੀ ਦੀ ਬੰਦੂਕ ਹੀ ਖੋਲੇ ਗਈ। ਤੇਜ਼ ਰਫ਼ਤਾਰ ਸਕੋਡਾ ਦੇ ਵਿੱਚ 5 ਦੇ ਕਰੀਬ ਨੌਜਵਾਨ ਸਵਾਰ ਸਨ। ਇਹਨਾਂ ਨੌਜਵਾਨਾਂ ਨੇ ਭੁੱਚੋ ਖੁਰਦ ਨੇੜੇ ਕੁਝ ਲੋਕਾਂ ਨੂੰ ਲੁੱਟਣ ਦੇ ਲਈ ਹਵਾ ਵਿੱਚ ਗੋਲੀਆਂ ਚਲਾਈਆਂ। ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਤੇ ਜਦੋਂ ਕਾਰ ਬਠਿੰਡੇ ਵੱਲ ਜਾ ਰਹੀ ਸੀ ਤਾਂ ਕੈਂਟ ਥਾਣੇ ਦੇ ਹੌਲਦਾਰ ਨੇ 2 ਹੋਰ ਪੁਲਿਸ ਮੁਲਾਜ਼ਮਾਂ ਨੂੰ ਮਿਲ ਕੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਹਨਾਂ ਨੇ ਕਾਂਸਟੇਬਲ ਤੇ ਕਾਰ ਚੜਾਉਣ ਦੀ ਕੋਸ਼ਿਸ਼ ਕੀਤੀ ਪਹਿਲਾਂ ਤਾਂ ਫਿਰ ਉਸ ਦੀ ਰਫਲ ਖੋ ਕੇ ਫਰਾਰ ਹੋ ਗਏ। ਅੰਮ੍ਰਿਤਸਰ ਦੇ ਪਿੰਡ ਮੁੱਛਲ ਦੇ ਵਿੱਚ ਧੀ ਨੂੰ ਮਾਰਨ ਵਾਲੇ ਪਿਤਾ ਦਲਬੀਰ ਸਿੰਘ ਨੇ ਸਰੈਂਡਰ ਕਰ ਦਿੱਤਾ ਹੈ। ਇਸ ਦੌਰਾਨ ਪਿਤਾ ਨੂੰ ਕੋਈ ਅਫਸੋਸ ਨਹੀਂ। ਉਸਨੇ ਕਿਹਾ ਕਿ ਅਸੀਂ ਅਣਖਾਂ ਵਾਲੇ ਲੋਕ ਹੁੰਨੇ ਆ। ਆਪਣੀ ਧੀ ਨੂੰ ਇਸ ਕਰਕੇ ਮਾਰਿਆ ਕਿਉਂਕਿ ਇੱਕ ਰਾਤ ਤੇ ਇੱਕ ਦਿਨ ਕਿਸੇ ਹੋਰ ਨਾਲ ਰਹਿ ਕੇ ਆਈ ਸੀ
ਤੇ ਮੇਰੀ ਧੀ ਬਾਹਰ ਰਹਿ ਕੇ ਆਈ ਹੈ ਇਸ ਲਈ ਮਾਰ ਦਿੱਤਾ, ਅੱਗੇ ਤੋਂ ਕਿਸੇ ਹੋਰ ਦੀ ਧੀ ਅਜਿਹਾ ਨਾ ਕਰੇ ਇਸ ਲਈ ਉਹਨੂੰ ਖਤਮ ਹੀ ਕਰ ਦਿੱਤਾ। 16 ਸਾਲ ਦੀ ਧੀ ਦੇ ਚਰਿੱਤਰ ਤੇ ਸ਼ੱਕ ਦੇ ਚੱਲਦਿਆਂ ਪਿਓ ਨੇ ਉਸ ਦਾ ਕਤਲ ਕਰ ਦਿੱਤਾ ਸੀ। ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਉਸ ਨੂੰ ਆਪਣੇ ਮੋਟਰਸਾਈਕਲ ਦੇ ਪਿੱਛੇ ਬੰਨ੍ਹ ਕੇ ਘੜੀਸਿਆ ਵੀ ਸੀ ਤੇ ਫਿਰ ਮ੍ਰਿਤਕ ਦੇਹ ਨੂੰ ਰੇਲਵੇ ਲਾਈਨ ਤੇ ਸੁੱਟ ਦਿੱਤਾ ਸੀ। ਹਿਮਾਚਲ ਦੇ ਚੰਬਾ ਦੇ ਵਿੱਚ ਇੱਕ ਹਾਦਸਾ ਵਾਪਰਿਆ ਹੈ। ਨਦੀ ਦੇ ਵਿੱਚ ਇੱਕ ਬਲੈਰੋ ਕਾਰ ਡਿੱਗ ਪਈ ਜਿਸ ਦੇ ਵਿੱਚ ਪੁਲਿਸ ਦੇ ਜਵਾਨ ਸਵਾਰ ਸਨ। 4 ਜਣਿਆਂ ਦੀ ਮੌਤ ਹੋ ਗਈ ਹੈ ਤੇ 7 ਜਣੇ ਗੰਭੀਰ ਜ਼ਖਮੀ ਨੇ। ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਹੁਣ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਛੇਤੀ ਮਿਲਾਂਗੇ ਐਮਰਜੈਂਸੀ ਬੁਲੇਟਿਨ ਦੇ ਵਿੱਚ ਪੰਜਾਬ, ਭਾਰਤ ਤੇ ਦੁਨੀਆ ਭਰ ਦੀਆਂ ਵੱਡੀਆਂ ਖਬਰਾਂ ਦੇ ਨਾਲ। ਧੰਨਵਾਦ।